खतरा किसानों ਨੂੰ नरेंद्र मोदी के काले कानूनों से उनकी विचारधारा किसान विरोधी से जिस तरह मोदी की या बीजेपी की विचारधारा RSS की इस झंडे ਨੂੰ ਸਾਡੇ ਨਾਲੋਂ ਵੱਧ खतरा है। ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਇਹ ਸਰਕਾਰਾਂ ਰਾਜਨੀਤਿਕ ਤੌਰ ਤੇ ਵੀ ਦੇਸ਼ ਦੀ ਗੁਲਾਮੀ ਵੱਲ ਰਹੀਆਂ ਨੇ। ਇਹ ਪਹਿਲੀ ਵਾਰ ਇਹ ਦੇਸ਼ ਦਾ ਕਿਸਾਨ ਮਜ਼ਦੂਰ ਦੇਸ਼ ਦੇ ਸਭੂ ਨਾਗਰਿਕ ਅੱਜ ਇਸ ਝੰਡੇ ਦੀ ਰਾਖੀ ਵਾਸਤੇ ਇਹਨੂੰ ਪੈਦਾ ਕੀਤੇ ਹੋਏ ਖਤਰਿਆਂ ਨੂੰ ਦੂਰ ਕਰਨ ਵਾਸਤੇ ਅਸੀਂ ਜਿਹੜਾ ਝੰਡਾ ਫੜ ਕੇ ਝੰਡਾ ਬਰਦਾਰ ਬਣੇ ਆ। ਪ੍ਰਾਪਤੀਆਂ ਜਿੰਨੀਆਂ ਵੀ ਕਦਮ ਨੇ ਉਹ ਸਾਰੇ ਦੇਸ਼ ਵਿਰੋਧੀ ਨੇ, ਸਾਡੇ ਵਿਰੋਧੀ ਤਾਂ ਹੈਗੇ ਹੀ ਨੇ, ਦੇਸ਼ ਵਿਰੋਧੀ ਦੇਸ਼ ਨੂੰ ਤੋੜਨ ਜਾ ਰਿਹਾ ਹੈ। ਗੋਰਾ ਚਲਾ ਗਿਆ ਇਹਦਾ ਇਹ ਮਤਲਬ ਨਹੀਂ ਸੀ, ਉਹ ਤਾਂ ਸਰਬੱਤ ਦੇ ਭਲੇ ਦਾ ਰਾਜ ਚਾਹੁੰਦੇ ਸੀ ਤੇ ਅੱਜ ਉਹ ਸਰਬੱਤ ਦਾ ਭਲਾ ਨਹੀਂ। ਅੱਜ ਕੁਝ ਘਰਾਣਿਆਂ ਨੇ ਪਹਿਲੋਂ ਰਾਜ ਕੀਤੇ, ਉਹਨਾਂ ਨੇ ਆਪਣੇ ਧਨ ਲੁੱਟਿਆ, ਭ੍ਰਿਸ਼ਟਾਚਾਰ ਕੀਤਾ। ਇਹ ਨਰਿੰਦਰ ਮੋਦੀ ਦੀ ਅਗਵਾਈ ਵਿੱਚ 7 ਸਾਲ ਤੋਂ ਅੱਗੇ ਹੁਣ ਜਾ ਰਿਹਾ ਹੈ। ਫੌਜੀ ਵਰਦੀ ਵਿੱਚ ਰਾਖੀ ਕੀਤੀ ਹੈ। ਅੱਜ ਅਸੀਂ ਕਈ ਮੋਢੇ 'ਤੇ ਰੱਖ ਕੇ ਤੰਗਲੀ ਹੱਥ 'ਚ ਫੜ ਕੇ ਇਸ ਦੀ ਰਾਖੀ ਕਰਾਂਗੇ। ਫਾਰਮੂਲੇ ਦੇਸ਼ ਵਿੱਚ ਲੈ ਕੇ ਨਹੀਂ ਭਾਰਤ ਸਰਕਾਰ ਆਉਂਦੀ ਉਹਨਾਂ ਚਿਰ ਸਾਡੀ ਜੰਗ ਅਧੂਰੀ ਅਸੀਂ ਸਮਝਦੇ ਹਾਂ। ਇਹ ਤਾਂ ਜਿੱਤ ਹੀ ਲੈਣੀ ਹੈ, ਇਹ ਜਿੱਤੀ ਪਈ ਹੈ, ਬਹੁਤ ਨੇੜੇ ਪਹੁੰਚ ਗਈ। 82 ਸਾਲ ਦੀ ਉਮਰ ਹੈ ਔਰ 40 ਸਾਲ ਦਾ ਮੇਰਾ ਕਿਸਾਨ ਅੰਦੋਲਨ ਹੈ। ਮੋਦੀ ਜੇ ਵੋਟਬੰਦੀ ਕਰ ਸਕਦਾ, ਅਸੀਂ ਲੋੜਬੰਦੀ ਆਪਣੇ ਲੋੜਬੰਦੀ ਉਹ ਕਰ ਸਕਦਾ ਹੈ, ਅਸੀਂ ਵੋਟਬੰਦੀ ਕਰ ਦਿਆਂਗੇ। ਰਾਤ ਨੂੰ ਵੀ ਇਹਨੂੰ ਪਤਾ ਲੱਗੇਗਾ ਵੀ ਕਿਸਾਨਾਂ ਨਾਲ ਟੱਕਰ ਲਈ ਕਿਸਾਨਾਂ ਦੇ ਮੇਜ਼ ਤੇ ਆਉਣਾ ਪਊਗਾ। ਅੱਜ ਪੂਰੇ ਦੇਸ਼ ਭਾਰਤ ਦੇ ਵਿੱਚ 75ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ। ਜੇ ਗੱਲ ਕਰੀਏ ਸਿੰਘੂ ਬਾਰਡਰ ਦੀ, ਸਿੰਘੂ ਬਾਰਡਰ ਤੇ ਸਾਬਕਾ ਫੌਜੀਆਂ ਵੱਲੋਂ ਪਰੇਡ ਕੀਤੀ ਗਈ ਤੇ ਕਿਸਾਨ ਆਗੂ ਸਤਨਾਮ ਸਿੰਘ ਬਹਿਰੂ ਵੱਲੋਂ ਝੰਡੇ ਦੀ ਰਸਮ ਨੂੰ ਅਦਾ ਕੀਤਾ ਗਿਆ। ਸਤਨਾਮ ਸਿੰਘ ਬਹਿਰੂ ਸੀਨੀਅਰ ਕਿਸਾਨ ਆਗੂ ਨੇ ਸਾਡੇ ਨਾਲ ਨੇ। ਕੀ ਕਹਿਣਾ ਚਾਹੋਗੇ ਅੱਜ ਝੰਡੇ ਦੀ ਰਸਮ ਤੁਸੀਂ ਅਦਾ ਕੀਤੀ ਹੈ, ਇਸ ਕੀ ਕਹਿਣਾ ਚਾਹੋਗੇ? ਇਹ ਤਾਂ ਬੜੀ ਵਿਲੱਖਣ ਦਿਨ ਹੈ ਅੱਜ ਆਜ਼ਾਦੀ ਦਾ, ਜਿਹੜਾ 75 ਸਾਲਵਾਂ ਭਾਰਤ ਦੇ ਲੋਕ ਮਨਾ ਰਹੇ ਨੇ। ਲਾਲ ਕਿਲੇ ਤੋਂ ਹਰ ਸਾਲ ਕੋਈ ਵੀ ਪ੍ਰਧਾਨ ਮੰਤਰੀ ਆਇਆ। ਇਹ ਪਹਿਲੀ ਵਾਰ ਇਹ ਦੇਸ਼ ਦੇ ਕਿਸਾਨ ਅੱਜ ਪੂਰੇ ਨਗਰਾਂ ਵਿੱਚ, ਕਸਬਿਆਂ ਵਿੱਚ, ਪਿੰਡਾਂ ਵਿੱਚ ਆਪਣੇ ਆਪਣੇ ਵਹੀਕਲਾਂ 'ਤੇ ਝੰਡੇ, ਆਜ਼ਾਦੀ ਦਾ ਝੰਡਾ, ਮਹਾਨ ਝੰਡੇ ਦੀ ਰਾਖੀ ਕਰਨ ਵਾਸਤੇ ਅਸੀਂ ਆਏ। ਜਿੱਦਾਂ ਸਾਨੂੰ ਖਤਰਾ ਕਿਸਾਨਾਂ ਨੂੰ ਨਰਿੰਦਰ ਮੋਦੀ ਦੇ ਕਾਲੇ ਕਾਨੂੰਨਾਂ 'ਤੇ ਉਹਦੀ ਵਿਚਾਰਧਾਰਾ ਕਿਸਾਨ ਵਿਰੋਧੀ 'ਤੇ ਉਹਨਾਂ ਅਸੀਂ ਮਹਿਸੂਸ ਕੀਤਾ ਸੰਯੁਕਤ ਕਿਸਾਨ ਮੋਰਚੇ ਨੇ ਵੀ ਇਸ ਜਿਹੜਾ ਆਜ਼ਾਦੀ ਦਾ ਝੰਡਾ ਹੈ ਬੜਾ ਕੁਰਬਾਨੀਆਂ ਭਰਿਆ ਝੰਡਾ ਹੈ, ਬੜਾ ਕੁਰਬਾਨੀ ਭਰਿਆ ਇਤਿਹਾਸ ਹੈ। ਜਿਸ ਤਰ੍ਹਾਂ ਮੋਦੀ ਦੀ ਜਾਂ BJP ਦੀ ਵਿਚਾਰਧਾਰਾ RSS ਦੀ ਇਸ ਝੰਡੇ ਨੂੰ ਸਾਡੇ ਨਾਲੋਂ ਵੱਧ ਖਤਰਾ ਹੈ। ਤਾਂ ਕਰਕੇ ਅਸੀਂ ਅੱਜ ਸਾਰੇ ਬਾਰਡਰਾਂ ਦੇ ਉੱਤੇ ਇਹ ਜਿਹੜਾ ਮੁੱਖ ਸਾਡੀ ਸਟੇਜ ਹੈ ਸ਼ਿੰਭੂ, ਇੱਥੇ ਸੰਯੁਕਤ ਕਿਸਾਨ ਮੋਰਚੇ ਦੀ ਪਰਸੋਂ ਮੀਟਿੰਗ ਹੋਈ ਸੀ। ਦਾਸ ਦੀ ਸਤਨਾਮ ਸਿੰਘ ਬਹਿਰੂ ਮੇਰਾ ਨਾਮ ਹੈ, ਮੈਂ ਬਜ਼ੁਰਗ ਬੰਦਾ। ਮੇਰੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਲਿਆ ਵੀ ਤੁਸੀਂ ਇਹ ਬਜ਼ੁਰਗ ਹੋ ਸਾਡੇ, ਤੁਸੀਂ ਇਹ ਝੰਡੇ ਦੀ ਰਸਮ ਕਰੋ। ਅੱਜ ਜਿਹੜੀ ਇਹ ਝੰਡੇ ਦੀ ਰਸਮ ਹੈ ਬੜੀ ਵਿਲੱਖਣਤਾ ਇਹਦੀ ਥਾਂ ਹੋਵੇਗੀ, ਕਿਉਂਕਿ ਇਹ ਪਹਿਲੀ ਵਾਰ ਇਹ ਦੇਸ਼ ਦਾ ਕਿਸਾਨ ਮਜ਼ਦੂਰ ਦੇਸ਼ ਦੇ ਸਭੂ ਨਾਗਰਿਕ ਅੱਜ ਇਸ ਝੰਡੇ ਦੀ ਰਾਖੀ ਵਾਸਤੇ ਇਹਨੂੰ ਪੈਦਾ ਕੀਤੇ ਹੋਏ ਖਤਰਿਆਂ ਨੂੰ ਦੂਰ ਕਰਨ ਵਾਸਤੇ ਅਸੀਂ ਜਿਹੜਾ ਝੰਡਾ ਫੜ ਕੇ ਝੰਡਾ ਬਰਦਾਰ ਬਣੇ ਆ। ਅਸੀਂ ਸਮਝਦੇ ਹਾਂ ਜਿਹੜੀਆਂ ਨਰਿੰਦਰ ਮੋਦੀ ਦੀ ਅਗਵਾਈ ਵਿੱਚ 7 ਸਾਲ ਦੀਆਂ ਜਿੰਨੀਆਂ ਵੀ ਪ੍ਰਾਪਤੀਆਂ, ਜਿੰਨੀਆਂ ਵੀ ਕਦਮ ਨੇ ਉਹ ਸਾਰੇ ਦੇਸ਼ ਵਿਰੋਧੀ ਨੇ, ਸਾਡੇ ਵਿਰੋਧੀ ਤਾਂ ਹੈਗੇ ਹੀ ਨੇ, ਦੇਸ਼ ਵਿਰੋਧੀ ਦੇਸ਼ ਨੂੰ ਤੋੜਨ ਜਾ ਰਿਹਾ ਹੈ। ਇਹ ਜਿਹੜਾ ਭਗਤ ਸਿੰਘ, ਰਾਜਗੁਰੂ, ਸੁਖਦੇਵ ਵਰਾਂ ਨੇ ਕੁਰਬਾਨੀਆਂ ਕੀਤੀਆਂ, ਇਹ ਕਾਲਾ ਅੰਗਰੇਜ਼ ਤਾਂ ਆ ਗਿਆ, ਗੋਰਾ ਚਲਾ ਗਿਆ, ਇਹਦਾ ਇਹ ਮਤਲਬ ਨਹੀਂ ਸੀ, ਉਹ ਤਾਂ ਸਰਬੱਤ ਦੇ ਭਲੇ ਦਾ ਰਾਜ ਚਾਹੁੰਦੇ ਸੀ ਤੇ ਅੱਜ ਉਹ ਸਰਬੱਤ ਦਾ ਭਲਾ ਨਹੀਂ। ਅੱਜ ਕੁਝ ਘਰਾਣਿਆਂ ਨੇ ਪਹਿਲੋਂ ਰਾਜ ਕੀਤੇ, ਉਹਨਾਂ ਨੇ ਆਪਣੇ ਧਨ ਲੁੱਟਿਆ, ਭ੍ਰਿਸ਼ਟਾਚਾਰ ਕੀਤਾ। ਇਹ ਨਰਿੰਦਰ ਮੋਦੀ ਦੀ ਅਗਵਾਈ ਵਿੱਚ 7 ਸਾਲ ਤੋਂ ਅੱਗੇ ਹੁਣ ਜਾ ਰਿਹਾ ਹੈ। ਅਸੀਂ ਸਮਝਦੇ ਹਾਂ ਵੀ ਜਿਹੜਾ ਨਰਿੰਦਰ ਮੋਦੀ ਦਾ ਹਰ ਕਦਮ ਦੇਸ਼ ਵਾਸਤੇ, ਵਿਸ਼ੇਸ਼ ਕਰਕੇ ਕਿਸਾਨ ਔਰ ਮਜ਼ਦੂਰ ਵਾਸਤੇ, ਛੋਟੇ ਦੁਕਾਨਦਾਰ, ਛੋਟੇ ਵਪਾਰੀ ਵਾਸਤੇ, ਕਾਰਪੋਰੇਟਰ ਘਰਾਣਿਆਂ ਨੂੰ ਇੱਥੇ ਲਿਆਉਣ ਵਾਸਤੇ ਰਸਤੇ ਸਾਰੇ ਸਾਫ਼ ਕੀਤੇ ਜਾ ਰਹੇ ਨੇ। ਸੋ ਅੱਜ ਦਾ ਦਿਨ ਅਸੀਂ ਵਿਸ਼ੇਸ਼ ਇਸ ਝੰਡੇ ਦੀ ਰਾਖੀ ਵਾਸਤੇ ਮੈਦਾਨ ਵਿੱਚ ਆਏ ਹਾਂ ਔਰ ਇਸ ਝੰਡੇ ਦੀ ਆਣ ਤੇ ਸ਼ਾਨ ਵਾਸਤੇ ਜਿੱਥੇ ਸਾਡੇ ਮਹਾਨ ਸ਼ਹੀਦਾਂ ਨੇ, ਦੁਕਾਨਦਾਰ, ਛੋਟੇ ਵਪਾਰੀ ਵਾਸਤੇ, ਕਾਰਪੋਰੇਟਰ ਘਰਾਣਿਆਂ ਨੂੰ ਇੱਥੇ ਲਿਆਉਣ ਵਾਸਤੇ ਰਸਤੇ ਸਾਰੇ ਸਾਫ਼ ਕੀਤੇ ਜਾ ਰਹੇ ਨੇ। ਸੋ ਅੱਜ ਦਾ ਦਿਨ ਅਸੀਂ ਵਿਸ਼ੇਸ਼ ਇਸ ਝੰਡੇ ਦੀ ਰਾਖੀ ਵਾਸਤੇ ਮੈਦਾਨ ਵਿੱਚ ਆਏ ਹਾਂ ਔਰ ਇਸ ਝੰਡੇ ਦੀ ਆਣ ਤੇ ਸ਼ਾਨ ਵਾਸਤੇ ਜਿੱਥੇ ਸਾਡੇ ਮਹਾਨ ਸ਼ਹੀਦਾਂ ਨੇ ਆਪਣੇ ਫੌਜੀ ਵਰਦੀ ਵਿੱਚ ਰਾਖੀ ਕੀਤੀ ਹੈ। ਅੱਜ ਅਸੀਂ ਕਈ ਮੋਢੇ 'ਤੇ ਰੱਖ ਕੇ
ਤੰਗਲੀ ਹੱਥ 'ਚ ਫੜ ਕੇ ਇਸ ਦੀ ਰਾਖੀ ਕਰਾਂਗੇ। ਔਰ ਬਾਰਡਰਾਂ ਦੇ ਉੱਤੇ ਜਿੰਨੇ ਜੰਗ ਲੱਗੇ ਸਾਡੇ ਨੌਜਵਾਨ ਪੁੱਤਰ ਕਿਸਾਨਾਂ ਮਜ਼ਦੂਰਾਂ ਦੇ ਨੇ ਰਾਖੀ ਕਰਕੇ ਦੇਸ਼ ਦੀ ਰਾਖੀ ਕੀਤੀ। ਤੇ ਜਿਸ ਤਰ੍ਹਾਂ ਇਹ ਅੰਦਰੂਨੀ ਖਤਰਾ ਪੈਦਾ ਕਰ ਰਿਹਾ ਇਸ ਝੰਡੇ ਵਾਸਤੇ, ਦੇਸ਼ ਦੀ ਆਜ਼ਾਦੀ ਨੂੰ ਗੁਲਾਮਾਂ ਵਾਲੇ ਪਾਸੇ ਧੱਕਣ ਵਾਸਤੇ ਅਸੀਂ ਪੂਰੇ ਜਾਗਰਤ ਹਾਂ। ਜਿੱਥੇ ਕਿਸਾਨ ਅੰਦੋਲਨ ਦੇ ਸਾਡੇ ਮੁੱਖ ਮੁੱਦੇ ਨੇ ਕਾਲੇ ਕਾਨੂੰਨਾਂ ਨੂੰ ਖਤਮ ਕਰਾਉਣਾ, MSC ਦਾ ਕਾਨੂੰਨੀ ਅਧਿਕਾਰ ਲੈਣਾ, ਆਪਣੇ ਪਰਾਲੀ ਵਰਗੇ ਜ਼ਬਰ ਕਾਨੂੰਨ ਬਣਾਉਣੇ ਉਹਨਾਂ ਨੂੰ ਰੱਦ ਕਰਾਉਣੇ, ਬਿਜਲੀ ਦੇ ਆਪਣੇ 2020 ਵਾਲੇ ਕਾਨੂੰਨਾਂ ਨੂੰ ਖਤਮ ਕਰਾਉਣਾ, ਇਹ ਤਾਂ ਸਾਡੇ ਮੁੱਦੇ ਨੇ। ਇਸ ਅੰਦੋਲਨ ਦੀ ਜਿੱਤ ਤੋਂ ਬਾਅਦ ਅਸਲ ਅੰਦੋਲਨ ਹਾਲੀ ਇਹ ਸ਼ੁਰੂ ਨਹੀਂ ਹੋਇਆ। ਇਹ ਸੰਯੁਕਤ ਕਿਸਾਨ ਮੋਰਚੇ ਦਾ ਅਗਲਾ ਆਰਥਿਕ ਅੰਦੋਲਨ, ਆਰਥਿਕ ਇਨਸਾਫ ਦਾ ਅੰਦੋਲਨ ਸ਼ੁਰੂ ਹੋਣਾ। ਮੈਂ ਸਪਸ਼ਟ ਕਰਾਂ, ਤੁਸੀਂ ਕਹੋਗੇ ਵੀ ਉਹ ਕੀ ਹੋਵੇਗਾ? ਉਹ ਇਹ ਹੋਵੇਗਾ, MSC ਤਾਂ ਪਹਿਲੋਂ ਵੀ ਹੈ, ਹੁਣ ਇਹ ਖਤਮ ਕਰਨ ਜਾ ਰਿਹਾ ਸੀ। ਜੇ ਇਸੇ ਤਰ੍ਹਾਂ ਹੀ MSC ਫਿਰ ਅਸੀਂ ਲੈ ਕੇ ਕਾਨੂੰਨ ਬਣਾ ਕੇ ਕਿ ਅਸੀਂ ਕਰਜ਼ੇ ਤੋਂ ਮੁਕਤ ਹੋ ਜਾਵਾਂਗੇ। ਅਸੀਂ ਵਿਗਿਆਨਕ ਢੰਗ ਨਾਲ ਦੇਸ਼ ਦੀ ਖੇਤੀ ਚਾਹੁੰਦੇ ਹਾਂ, ਅਸੀਂ ਵਿਗਿਆਨਕ ਢੰਗ ਨਾਲ ਦੇਸ਼ ਦੇ ਲੋਕਾਂ ਨੂੰ ਇਨਸਾਫ ਲੈ ਕੇ ਦੇਣਾ ਚਾਹੁੰਦੇ ਹਾਂ। ਔਰ ਜਿੰਨਾ ਚਿਰ ਖੇਤੀ ਨੀਤੀ ਵਿਗਿਆਨਕ ਢੰਗ ਨਾਲ ਸ਼ੁਰੂ ਨਹੀਂ ਹੁੰਦੀ, MS ਸਵਾਮੀਨਾਥਨ ਵਰਗੇ ਫਾਰਮੂਲੇ ਦੇਸ਼ ਵਿੱਚ ਲੈ ਕੇ ਨਹੀਂ ਭਾਰਤ ਸਰਕਾਰ ਆਉਂਦੀ, ਉਹਨਾਂ ਚਿਰ ਸਾਡੀ ਜੰਗ ਅਧੂਰੀ ਅਸੀਂ ਸਮਝਦੇ ਹਾਂ। ਇਹ ਤਾਂ ਜਿੱਤ ਹੀ ਲੈਣੀ ਹੈ, ਇਹ ਜਿੱਤੀ ਪਈ ਹੈ, ਬਹੁਤ ਨੇੜੇ ਪਹੁੰਚ ਗਈ। ਤੇ ਅਸੀਂ ਵਿਸ਼ੇਸ਼ ਤੌਰ ਤੇ ਜਿੱਥੇ ਅਸੀਂ ਅੱਜ ਝੰਡੇ ਦੀ ਰਾਖੀ ਵਾਸਤੇ ਮੈਦਾਨ ਵਿੱਚ ਆਏ ਹਾਂ, ਉੱਥੇ ਅਸੀਂ ਜਿੱਡਾ ਵਿਸ਼ਵਾਸ ਕਿਸਾਨ ਮਜ਼ਦੂਰ ਦੇਸ਼ ਦੇ ਲੋਕ ਸੰਯੁਕਤ ਕਿਸਾਨ ਮੋਰਚੇ ਵਿੱਚ ਲੈ ਕੇ ਇੱਥੇ ਆਏ ਨੇ, ਨਵਾਂ ਮਹੀਨਿਆਂ ਦੇ ਬੈਠੇ ਨੇ, ਪਹਿਲੋਂ ਪੰਜਾਬ ਹਰਿਆਣੇ ਵਿੱਚ ਬੈਠੇ, ਉਸ ਵਿਸ਼ਵਾਸ ਨੂੰ ਤਗੜਾ ਕਰਨ ਵਾਸਤੇ ਅੱਜ ਸੁਨੇਹਾ ਦਿੱਤਾ ਹੈ ਦੇਸ਼ ਦੇ ਲੋਕਾਂ ਨੂੰ, ਕਿਸਾਨਾਂ ਨੂੰ ਵਿਸ਼ੇਸ਼ ਕਰਕੇ। ਕਿਸਾਨੋ, ਜਿਹੜਾ ਵਿਸ਼ਵਾਸ ਤੁਸੀਂ ਸੰਯੁਕਤ ਕਿਸਾਨ ਮੋਰਚੇ ਵਿੱਚ ਕੀਤਾ ਉਹਨੂੰ ਅਸੀਂ ਆਂਚ ਨਹੀਂ ਆਵਾਂਗੇ। ਜਿੱਤੇ ਬਗੈਰ ਅਸੀਂ ਇੱਥੋਂ ਇੰਚ ਵੀ ਸਾਡੇ ਵਿੱਚ ਏਕਤਾ ਹੈ। ਅਫਵਾਹਾਂ ਬਹੁਤ ਫੈਲਾਈਆਂ ਜਾ ਰਹੀਆਂ ਨੇ, ਕਦੇ ਰਾਜਸੀ ਛੋਛੇ ਛੱਡੇ ਜਾ ਰਹੇ ਨੇ, ਕਦੇ ਹੋਰ ਤਰ੍ਹਾਂ ਦੇ ਸਾਨੂੰ ਸੰਬੋਧਨ ਨਾ ਭੈੜੇ ਦੇ ਕੇ ਸੰਬੋਧਨ ਕੀਤਾ ਜਾ ਰਿਹਾ ਹੈ। ਪਰ ਅੱਜ ਜਿਹੜੇ ਭਰਮ ਭੁਲੇਖੇ ਅਸੀਂ ਅੱਜ ਤੇ ਸਟੇਜ ਤੋਂ ਔਰ ਪੂਰੇ ਦੇਸ਼ ਦੇ ਕੋਨੇ-ਕੋਨੇ ਪਿੰਡਾਂ ਵਿੱਚ ਝੰਡੇ ਦੀ ਰਾਖੀ ਦੇ ਬੁਲੰਦ ਕੀਤਾ ਹੈ ਨਾਅਰਾ, ਇਹ ਇੱਕ ਬਹੁਤ ਵੱਡਾ ਸੁਨੇਹਾ ਆਪਣੇ ਪੂਰੀ ਰਾਜਸੀ ਪਾਰਟੀਆਂ ਨੂੰ, ਵਿਸ਼ੇਸ਼ ਕਰਕੇ BJP ਨੂੰ, ਜਿਹੜਾ ਪਾੜੋ ਤੇ ਰਾਜ ਕਰੋ, ਹਿੰਦੂ ਪੱਤਾ ਹੁਣ ਨਹੀਂ ਚੱਲੇਗਾ। ਜਿਵੇਂ ਹਿੰਦੂ ਰਾਜ ਸੁਨੇਹਾ ਆਪਣੇ ਪੂਰੀ ਰਾਜਸੀ ਪਾਰਟੀਆਂ ਨੂੰ, ਵਿਸ਼ੇਸ਼ ਕਰਕੇ BJP ਨੂੰ, ਜਿਹੜਾ ਪਾੜੋ ਤੇ ਰਾਜ ਕਰੋ, ਹਿੰਦੂ ਪੱਤਾ ਹੁਣ ਨਹੀਂ ਚੱਲੇਗਾ। ਜਿਵੇਂ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਨੇ, ਇਹ ਰਾਸ਼ਟਰ ਭਾਰਤ ਦਾ ਹੈ। ਭਾਰਤ ਦੇ ਰਾਸ਼ਟਰ ਵਾਸਤੇ ਕੁਰਬਾਨੀਆਂ ਜਿਹੜੇ ਯੋਧਿਆਂ ਨੇ ਕੀਤੀਆਂ, ਅਸੀਂ ਵੀ ਉਹ ਕੁਰਬਾਨੀਆਂ ਦੇਣ ਵਾਸਤੇ ਔਰ ਇਸ ਝੰਡੇ ਦੀ ਆਨ ਤੇ ਸ਼ਾਨ ਨੂੰ ਹੋਏ ਪੈਦਾ ਖਤਰੇ ਨੂੰ ਟਾਲਣ ਵਾਸਤੇ ਅਸੀਂ ਇਹ ਮੈਦਾਨ ਵਿੱਚ ਆਏ ਹਾਂ। ਸੋ ਮੈਂ ਵਿਸ਼ੇਸ਼ ਕਰਕੇ ਸੰਯੁਕਤ ਕਿਸਾਨ ਮੋਰਚੇ ਦਾ, ਦੇਸ਼ ਵਾਸੀਆਂ ਦਾ, ਦੇਸ਼ ਵਿਦੇਸ਼ ਬੈਠੀਆਂ ਸੰਗਤਾਂ ਦਾ ਧੰਨਵਾਦ ਕਰਦਾ, ਜਿਹੜਾ ਅੱਜ ਦਾਸ ਨੂੰ ਮਾਣ ਮਿਲਿਆ ਪਿਛਲੀ ਉਮਰ ਦੇ ਵਿੱਚ। ਪਿਛਲੀ ਉਮਰ ਮੇਰਾ 82 ਸਾਲ ਦੀ ਉਮਰ ਹੈ ਔਰ 40 ਸਾਲ ਦਾ ਮੇਰਾ ਕਿਸਾਨ ਅੰਦੋਲਨ ਹੈ। ਅੱਜ ਜਿਹੜਾ ਮੇਰਾ ਮਾਣ ਸੰਯੁਕਤ ਕਿਸਾਨ ਮੋਰਚੇ ਦੇ ਦੇਸ਼ ਦੇ ਲੋਕਾਂ ਨੇ ਕੀਤਾ, ਮੈਂ ਉਹ ਵਿਸ਼ਵਾਸ ਤੋੜਾਂਗਾ ਨਹੀਂ। ਮੈਂ ਕਤਰਾ ਕਿਸਾਨ ਦੇ ਇਨਸਾਫ ਵਾਸਤੇ ਲਾ ਦੂੰਗਾ। ਪਰ ਮੈਂ ਕਿਸੇ ਤਰ੍ਹਾਂ ਦਾ ਇਹ ਭਰਮ ਭੁਲੇਖਾ ਜਿਹੜਾ ਮੋਦੀ ਦਾ ਹੈ, ਮੇਰਾ ਵਿਸ਼ਵਾਸ ਇਹ ਆ, ਅਸੀਂ ਮੋਦੀ ਨੂੰ ਗੱਦੀਓਂ ਲਾ ਕੇ, ਮੋਦੀ ਜੇ ਵੋਟਬੰਦੀ ਕਰ ਸਕਦਾ, ਅਸੀਂ ਲੋੜਬੰਦੀ, ਆਪਣੇ ਲੋੜਬੰਦੀ ਉਹ ਕਰ ਸਕਦਾ ਹੈ, ਅਸੀਂ ਵੋਟਬੰਦੀ ਕਰ ਦਿਆਂਗੇ। ਹੁਣ UP ਸਾਡਾ ਹੱਲਾ ਹੈ, ਪਰ ਪਹਿਲੇ ਦੂਜਿਆਂ ਸੂਬੇ 'ਚ ਹਰਾ ਕੇ ਆਏ ਹਾਂ। ਹੁਣ UP ਅਸੀਂ ਇਹਦੀਆਂ ਜੜ੍ਹਾਂ ਪੱਟ ਦੇਣੀਆਂ ਨੇ। ਔਰ BJP ਸਮਝਦੀ ਮੈਂ ਅਸੀਂ ਕਿਸਾਨਾਂ ਨੂੰ ਯਾੜਨਾ ਹੈ। ਅਸੀਂ BJP ਦਾ ਸੱਤਿਆਨਾਸ਼ ਰਾਜਸੀ ਤੌਰ ਤੇ ਵੈਸੇ ਕਰ ਚੁੱਕੇ ਹਾਂ। ਥੋੜ੍ਹੇ ਦਿਨਾਂ ਵਿੱਚ, ਅਗਲੇ ਦਿਨਾਂ ਵਿੱਚ ਅਸੀਂ ਸਾਥ ਕਰਾ ਦਿਆਂਗੇ ਮੋਦੀ ਸਾਹਿਬ ਨੂੰ। ਰਾਤ ਨੂੰ ਵੀ ਇਹਨੂੰ ਪਤਾ ਲੱਗੇਗਾ ਵੀ ਕਿਸਾਨਾਂ ਨਾਲ ਟੱਕਰ ਲਈ, ਕਿਸਾਨਾਂ ਦੇ ਮੇਜ਼ 'ਤੇ ਆਉਣਾ ਪਊਗਾ, ਕਿਸਾਨਾਂ ਦੀ ਗੱਲ ਮੰਨਣੀ ਪਊਗੀ, ਕਿਸਾਨਾਂ ਦੇ ਜਿਹੜੇ ਸੰਵਿਧਾਨਕ ਹੱਕ ਨੇ ਉਹ ਦੇਣੇ ਪੈਣਗੇ ਔਰ ਦੇਸ਼ ਦੀ ਖੇਤੀ ਨੀਤੀ ਨੂੰ ਕਾਨੂੰਨੀ ਮਾਨਤਾ ਦੇਣੀ ਪਊਗੀ। ਕਾਲੇ ਕਾਨੂੰਨ ਰੱਦ ਕਰਨੇ ਪੈਣਗੇ ਜੇ ਦੇਸ਼ ਦੇ ਵਿੱਚ ਅਮਨ ਸ਼ਾਂਤੀ ਚਾਹੁੰਦਾ ਹੈ। ਜੇ ਅਮਨ ਸ਼ਾਂਤੀ ਨੂੰ ਇਹ ਅੱਗ ਲਾਉਣਾ ਚਾਹੁੰਦਾ ਹੈ, ਇਹਦੇ ਜ਼ਿੰਮੇਵਾਰ ਉਹ ਹੋਣਗੇ। ਜੇ ਕਿਸੇ ਮੁਲਕ ਨੇ ਇਸ ਭੜਕੀ ਅੱਗ ਦਾ ਫਾਇਦਾ ਉਠਾਇਆ ਬਾਹਰੋਂ, ਤੇ ਉਹ ਮੋਦੀ ਜ਼ਿੰਮੇਵਾਰ ਹੋਵੇਗਾ, ਨਾ ਕਿ ਦੇਸ਼ ਦੇ ਲੋਕ, ਔਰ ਵਿਸ਼ੇਸ਼ ਕਰਕੇ ਕਿਸਾਨ, ਔਰ ਵਿਸ਼ੇਸ਼ ਕਰਕੇ ਸੰਯੁਕਤ ਕਿਸਾਨ ਮੋਰਚਾ। ਉਹਦੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਤੇ ਸਿੱਟ ਕੇ ਚੱਲੇ ਆ ਵੀ ਬਾਜ ਆ ਜਾਓ, ਖਬਰਦਾਰ ਹੋ। ਦੇਸ਼ ਨੂੰ ਜਿਹੜੇ ਪਾਸੇ ਤੁਸੀਂ ਲੈ ਕੇ ਜਾਣਾ ਚਾਹੁੰਦੇ ਹੋ, ਦੇਸ਼ ਇਸ ਪਾਸੇ ਨਹੀਂ ਜਾਣਾ ਚਾਹੁੰਦਾ। ਦੇਸ਼ ਬੜੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਯਾਦ ਹੋਇਆ। ਤੂੰ ਗੁਲਾਮ ਬਣਾਉਣਾ ਚਾਹੁੰਦਾ, ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦਾ ਦੇਸ਼, ਅਸੀਂ ਨਹੀਂ ਹੋਣ ਦੇਵਾਂਗੇ। ਸੋ ਅਸੀਂ ਲਾਲ ਲਕੀਰ ਪੂਰੀ ਖਿੱਚ ਦਿੱਤੀ। ਅਸੀਂ ਮੈਦਾਨੇ ਜੰਗ ਵਿੱਚ ਹਾਂ, ਸਾਨੂੰ ਭਾਵੇਂ ਕਿੱਡੀਆਂ ਵੀ ਕੁਰਬਾਨੀਆਂ ਦੇਣ ਪੈਣ। ਕੋਈ ਲੋਕ ਕਹਿੰਦੇ ਨੇ 2024 ਤੱਕ ਪਾਵੋਗੇ, ਅਸੀਂ ਸਦਾ ਲਈ ਜਿੰਨਾ ਚਿਰ BJP ਦਾ ਭਾਰਤ ਦੇ ਵਿੱਚੋਂ ਸਫਾਇਆ ਨਹੀਂ ਕਰ ਲੈਂਦੇ, ਉਹਨਾਂ ਚਿਰ ਅਸੀਂ ਚੈਨ ਨਾਲ ਸੰਯੁਕਤ ਕਿਸਾਨ ਮੋਰਚਾ ਔਰ ਕਿਸਾਨ
ਔਰ ਮਜ਼ਦੂਰ ਨਹੀਂ ਬਹਿਣਗੇ। ਮੇਰੇ ਨਾਲ ਗੁਰਬਾਈ ਸਿੰਘ ਸਾਡੇ ਸੀਨੀਅਰ ਲੀਡਰ ਸੰਯੁਕਤ ਕਿਸਾਨ ਮੋਰਚੇ ਦੇ, ਮੈਂ ਬੇਨਤੀ ਕਰੂੰਗਾ ਸੰਖੇਪ ਅੱਖਰਾਂ ਵਿੱਚ ਇਹਨਾਂ ਦੀ ਹਾਜ਼ਰੀ ਜ਼ਰੂਰ ਹੋ ਜਾਵੇ। ਹਾਂਜੀ, ਤੁਹਾਡਾ ਕੋਈ ਸਵਾਲ? ਕੀ ਕਹਿਣਾ ਚਾਹੋਗੇ? ਅੱਜ ਝੰਡੇ ਦੀ ਰਸਮ ਅਦਾ ਕੀਤੀ ਗਈ ਹੈ। ਜੇ ਗੱਲ ਕਰੀਏ ਆਪਾਂ ਲਗਾਤਾਰ ਆਪਾਂ ਸੰਘਰਸ਼ ਕਰ ਰਹੇ ਹਾਂ ਸੰਸਦ, ਜੇ ਗੱਲ ਕਰੀਏ ਆਪਾਂ ਲਗਾਤਾਰ ਆਪਾਂ ਸੰਘਰਸ਼ ਕਰ ਰਹੇ ਹਾਂ ਸੰਸਦ ਵੀ ਲਈ ਆਪਾਂ ਵੱਖਰੀ ਤੌਰ ਤੇ, ਪਰ ਮੋਦੀ ਸਰਕਾਰ ਦਾ ਹਾਲੇ ਤੱਕ ਬੁਲਾਵਾ ਨਹੀਂ ਆਇਆ ਜਾਂ ਇੱਧਰੋਂ ਕੋਈ ਗੱਲਬਾਤ ਨਹੀਂ ਹੋਈ। ਲੰਬਾ ਸਮਾਂ ਕਿੰਨਾ ਕੁ ਅੰਦੋਲਨ ਹੋਰ ਚੱਲ ਸਕਦਾ? ਪਹਿਲੀ ਗੱਲ ਤਾਂ ਮੈਂ 75ਵੀਂ ਵਰ੍ਹੇਗੰਢ ਦੀ ਕਰਾਂ ਕਿ ਝੰਡੇ ਨੂੰ ਕਿਸ ਸੰਕਲਪ ਨਾਲ ਸਾਡੇ ਉਹ ਸ਼ਹੀਦਾਂ ਨੇ ਲਿਆ ਸੀ, ਉਹ ਸ਼ਹੀਦਾਂ ਨੇ ਇਹਨੂੰ ਕਿਸ ਸੰਦਰਭ 'ਚ ਲਿਆ ਸੀ। ਆਪਾਂ ਉਹਦੀ ਥੋੜ੍ਹੀ ਬੈਕਗਰਾਊਂਡ ਜਾਈਏ। ਜਦੋਂ ਅਸੀਂ ਅੰਗਰੇਜ਼ਾਂ ਦੇ ਗੁਲਾਮ ਸੀ, ਅੰਗਰੇਜ਼ਾਂ ਦੀ ਭਾਵੇਂ ਪਹਿਲਾਂ ਈਸਟ ਇੰਡੀਆ ਕੰਪਨੀ ਆਈ ਔਰ ਉਸ ਤੋਂ ਬਾਅਦ ਉਹਨੇ ਪੂਰੇ ਮਤਲਬ ਵੱਖ-ਵੱਖ ਰਾਜਿਆਂ ਨੂੰ ਤੋੜ ਕੇ ਪੂਰੇ ਦੇਸ਼ ਦੇ ਅੰਦਰ ਰਾਜ ਕਰ ਲਿਆ ਔਰ ਉਸ ਰਾਜ ਦੇ ਅੰਦਰ ਸਾਡੇ ਇੱਥੋਂ ਦੇ ਵਸਨੀਕਾਂ ਨਾਲ, ਸਾਡੇ ਲੋਕਾਂ ਨਾਲ, ਸਾਡੇ ਵੱਖ-ਵੱਖ ਕਲਚਰ 'ਚ ਰਹਿੰਦੇ, ਖਿੱਤਿਆਂ 'ਚ ਰਹਿੰਦੇ ਲੋਕਾਂ ਨਾਲ ਜੋ ਵਿਵਹਾਰ ਅੰਗਰੇਜ਼ਾਂ ਨੇ ਕੀਤਾ, ਭਾਵੇਂ ਉਹ ਆਰਥਿਕ ਤੌਰ ਤੇ ਹੋਵੇ, ਭਾਵੇਂ ਰਾਜਨੀਤਿਕ ਤੌਰ ਤੇ ਹੋਵੇ ਤੇ ਭਾਵੇਂ ਸੱਭਿਆਚਾਰਕ ਤੌਰ ਤੇ ਹੋਵੇ, ਉਸ ਬਗਾਵਤ 'ਚੋਂ ਇਨਕਲਾਬ ਦਾ ਨਾਅਰਾ ਨਿਕਲਿਆ ਜਿਹੜਾ ਅੱਜ ਸਾਡੇ ਤਿੰਨੇ ਰੰਗਾਂ ਦਾ ਪ੍ਰਤੀਕ ਹੈ, ਜਿਹੜਾ ਸਾਡਾ ਤਿਰੰਗਾ ਬਣਿਆ। ਔਰ ਸਭ ਤੋਂ ਪਹਿਲਾਂ ਉਹਦਾ ਬਹਾਦਰੀ ਦਾ ਰੰਗ ਹੈ, ਇਸੇ ਤਰ੍ਹਾਂ ਦੂਜੇ ਰੰਗਾਂ ਦੀ ਆਪਣੀ ਆਪਣੀ ਮਹਾਨਤਾ ਹੈ। ਪਰ 75 ਸਾਲਾਂ ਦੇ ਅੰਦਰ ਜੋ ਸੰਕਲਪ ਸਾਡੇ ਉਸ ਸਮੇਂ ਦੇ ਆਗੂਆਂ ਨੇ ਸਿਰਜਿਆ ਸੀ, ਉਸ ਸੰਕਲਪ ਦੀ ਉਡੀਕ 'ਚ ਅਸੀਂ 75 ਸਾਲ ਮਤਲਬ ਦਾ ਉਹਨਾਂ 'ਤੇ ਵਿਸ਼ਵਾਸ ਕੀਤਾ ਹੈ। ਔਰ ਸਾਨੂੰ ਜਦੋਂ ਨਾ ਮਿਲਿਆ, ਉਲਟਾ ਇਹ ਹੋ ਗਿਆ ਕਿ ਉਸ ਤੋਂ ਬਾਅਦ ਮੁੜ ਕੇ ਉਸੇ ਲੀਹ 'ਤੇ ਜਿਵੇਂ ਇੱਕ ਈਸਟ ਇੰਡੀਆ ਕੰਪਨੀ ਆਈ ਸੀ, ਦੇਸ਼ ਦੇ ਅੰਦਰ ਮਲਟੀਨੈਸ਼ਨਲ ਕੰਪਨੀਆਂ ਨੂੰ ਲਿਆ ਕੇ ਮੁੜ ਕੇ ਦੇਸ਼ ਨੂੰ ਆਰਥਿਕ ਤੌਰ ਤੇ ਗੁਲਾਮ ਕਰਨ ਦੇ ਨਾਲ ਨਾਲ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਇਹ ਸਰਕਾਰਾਂ ਰਾਜਨੀਤਿਕ ਤੌਰ ਤੇ ਵੀ ਦੇਸ਼ ਦੀ ਗੁਲਾਮੀ ਵੱਲ ਰਹੀਆਂ ਨੇ। ਅਸੀਂ ਉਸੇ ਸੰਕਲਪ ਨੂੰ ਲੈ ਕੇ ਇਸ ਅੰਦੋਲਨ ਨੂੰ ਆਪਦੇ ਆਰਥਿਕ ਨੁਕਸਾਨ ਨੂੰ ਬਚਾਉਂਦੇ ਹੋਏ ਅਸੀਂ ਆਪਦਾ ਸੱਭਿਆਚਾਰ ਨੂੰ ਵੀ ਬਚਾਵਾਂਗੇ। ਅੱਜ ਤੁਸੀਂ ਦੇਖਦੇ ਹੋ ਸਿੰਗੂ ਬਾਰਡਰ ਤੇ ਕਰਨਾਟਕਾ ਦੇ ਸਾਥੀ ਬੈਠੇ ਨੇ, ਤਾਮਿਲਨਾਡੂ ਦੇ ਸਾਥੀ ਬੈਠੇ ਨੇ। ਮੈਂ ਸਟੇਜ ਤੋਂ ਵੀ ਗੱਲ ਕਹੀ ਹੈ, ਭਾਵੇਂ ਸਾਡੀ ਭਾਸ਼ਾ ਉਹਨਾਂ ਨੂੰ ਸਮਝ ਨਹੀਂ ਆਉਂਦੀ, ਪਰ ਉਹ ਭਾਸ਼ਾ ਬੋਲਣੀ ਸਾਡੀ ਮਜਬੂਰੀ, ਅਸੀਂ ਬੋਲ ਨਹੀਂ ਸਕਦੇ, ਪਰ ਫਿਰ ਵੀ ਉਹ ਮੈਦਾਨ ਨਾਲ ਮੋਰਚੇ ਦੇ ਅੰਦਰ ਵੱਡੀ ਗਿਣਤੀ 'ਚ ਬੈਠੇ ਨੇ। ਜਿਹੜਾ ਗੁਲਦਸਤਾ ਭਾਰਤ ਦਾ ਸੀ, ਵੱਖ-ਵੱਖ ਕੌਮਾਂ ਨੂੰ ਮਿਲਾ ਕੇ, ਵੱਖ-ਵੱਖ ਸੱਭਿਅਤਾ ਨੂੰ ਮਿਲਾ ਕੇ ਅਸੀਂ ਬਣਾਇਆ ਸੀ, ਅਸੀਂ ਉਸ ਨੂੰ ਬਹਾਲ ਰੱਖਾਂਗੇ ਔਰ ਉਸ ਸੰਕਲਪ ਨੂੰ ਪੂਰਾ ਕਰਨ ਲਈ ਅਸੀਂ ਲੜਾਈ ਲੜਦੇ ਹਾਂ। ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਗੱਲਬਾਤ ਕੀਤੀ ਹੈ ਸਤਨਾਮ ਸਿੰਘ ਬਹਿਰੂ ਸਨ, ਜਿਨ੍ਹਾਂ ਵੱਲੋਂ ਅੱਜ ਸਿੰਘੂ ਬਾਰਡਰ ਦੇ ਉੱਪਰ ਝੰਡੇ ਦੀ ਰਸਮ ਨੂੰ ਅਦਾ ਕੀਤਾ ਗਿਆ। ਉਹ ਇਹਨਾਂ ਕਿਸਾਨ ਆਗੂਆਂ ਦਾ ਸਾਫ਼ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਬਿੱਲ ਰੱਦ ਨਹੀਂ ਹੋਣਗੇ, ਸਾਨੂੰ ਆਪਣੀਆਂ ਜਾਨਾਂ ਕਿਉਂ ਨਾ ਗਵਾਉਣੀਆਂ ਪੈਣ, ਅਸੀਂ ਇੱਥੇ ਡਟੇ ਰਹਾਂਗੇ। ਸਾਫ਼ ਲਫ਼ਜ਼ਾਂ ਵਿੱਚ ਉਹਨਾਂ ਨੇ ਮੋਦੀ ਸਰਕਾਰ ਦੇ ਤੰਜ ਕੱਸੇ ਨੇ। ਉਹਨਾਂ ਦਾ ਕਹਿਣਾ, ਅਗਰ ਨਰਿੰਦਰ ਮੋਦੀ ਨੋਟਬੰਦੀ ਕਰ ਸਕਦਾ ਹੈ ਤਾਂ ਅਸੀਂ ਵੋਟਬੰਦੀ ਕਰ ਸਕਦੇ ਹਾਂ। ਕੈਮਰਾਮੈਨ ਹਰਜੀਤ ਕਾਕਾ ਦੇ ਨਾਲ ਮਨਿੰਦਰ ਸਿੰਘ, ਸਮਰ ਨਿਊਜ਼, ਸਿੰਘੂ ਬਾਰਡਰ। ਵਧੇਰੀ ਜਾਣਕਾਰੀ ਲਈ ਲਾਈਕ ਕਰੋ ਸਾਡੇ ਫੇਸਬੁੱਕ ਪੇਜ ਨੂੰ ਤੇ ਸਬਸਕ੍ਰਾਈਬ ਕਰੋ YouTube ਚੈਨਲ ਨੂੰ ਤੇ Instagram ਨੂੰ ਫੋਲੋ ਕਰਨਾ ਨਾ ਭੁੱਲਿਓ।